ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਸਾਡੇ ਦੋ ਟੌਪਿਕ ਨੇ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮਾਤਮਾ ਦੀ ਸਰਵ ਵਿਆਪਕਤਾ, ਜਿਹਨੂੰ ਨਿਰਗੁਣ ਤੇ ਸਰਗੁਣ ਵੀ ਅਸੀਂ ਕਹਿੰਦੇ ਹਾਂ। ਇੰਗਲਿਸ਼ ਵਿੱਚ ਹੈ ਦ ਕੰਸੈਪਟ ਆਫ ਗੋਡਸ ਓਮਨੀ ਪ੍ਰੈਜ਼ੈਂਸ ਇਨ ਗੁਰੂ ਗ੍ਰੰਥ ਸਾਹਿਬ। ਔਰ ਇਹਦੇ ਨਾਲ ਅਸੀਂ ਇੱਕ ਗੁਰਬਾਣੀ ਦੀ ਲਾਈਨ ਵੀ ਆਪਣੇ ਸਿਲੇਬਸ ਵਿੱਚ ਲਿਖੀ ਹੈ, ਅਗਮ ਅਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਗਟ ਗਟ ਦੇਖਿਆ। ਹੁਣ ਇਹਦੇ ਵਿੱਚ ਹੀ ਅਗਰ ਇਸ ਗੁਰਬਾਣੀ ਨੂੰ ਅਸੀਂ ਸਮਝੀਏ ਤਾਂ ਸ਼ਾਇਦ ਨਿਰਗੁਣ ਸਰਗੁਣ ਦਾ ਜਵਾਬ ਇਹਦੇ ਵਿੱਚ ਹੀ ਆ ਜਾਂਦਾ। ਜੇ ਮੈਂ ਹੁਣ ਅੱਜ ਦੇ ਲੈਕਚਰ ਦੀ ਗੱਲ ਸ਼ੁਰੂ ਕਰਾਂ ਤਾਂ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਪਰਮਾਤਮਾ ਬਾਰੇ ਅਲੱਗ-ਅਲੱਗ ਵਿਚਾਰ ਸਨ, ਵੱਖਰੇ ਵੱਖਰੇ ਖਿਆਲ ਪ੍ਰਚਲਿਤ ਸਨ। ਇੱਕ ਪਾਸੇ ਇਸ ਤਰ੍ਹਾਂ ਦੇ ਵਿਦਵਾਨ ਸਨ ਅਤੇ ਵਿਚਾਰਵੰਤ ਸਨ ਜਿਨ੍ਹਾਂ ਦਾ ਵਿਸ਼ਵਾਸ ਸੀ ਕਿ ਪਰਮਾਤਮਾ ਇੱਕ ਵੱਖਰੀ ਹਸਤੀ ਹੈ ਜੋ ਇਸ ਸ੍ਰਿਸ਼ਟੀ ਤੋਂ ਕਿੱਥੇ ਹੋਰ ਲਾਂਭੇ ਬੈਠ ਕੇ ਇਸ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਔਰ ਇਹ ਜਿਹੜਾ ਸੰਸਾਰ ਹੈ ਇਹ ਮਿੱਥਿਆ ਹੈ। ਔਰ ਬੜਾ ਟਾਈਮ ਐਸਾ ਰਿਹਾ ਕਿ ਇੱਕ ਪੂਰੇ ਇਸ ਤਰ੍ਹਾਂ ਦੇ ਸੈਕਟ ਬਣ ਗਏ ਜਿਹੜੇ ਸੰਸਾਰ ਨੂੰ ਮਿੱਥਿਆ ਮੰਨ ਕੇ ਸੰਸਾਰ ਨੂੰ ਤਿਆਗਣ ਦੀਆਂ ਗੱਲਾਂ ਆਮ ਪੁਰਾਤਨ ਜਦੋਂ ਅਸੀਂ ਮਜ਼ਹਬਾਂ ਦੀ ਔਰ ਧਰਮਾਂ ਦੀ ਗੱਲ ਹੁੰਦੀ ਹੈ ਤੇ ਸਾਨੂੰ ਵੇਖਦੇ ਹਾਂ। ਦੂਸਰੇ ਪਾਸੇ ਐਸੇ ਲੋਕਾਂ ਦਾ ਵਿਸ਼ਵਾਸ ਸੀ ਕਿ ਪਰਮਾਤਮਾ ਇੱਕ ਆਜ਼ਾਦ ਮਨਮਾਨੀ ਹਸਤੀ ਹੈ ਔਰ ਇਹ ਹਾਕਮ ਹੈ ਔਰ ਦੇਵੀ ਦੇਵਤਿਆਂ ਰਾਹੀਂ ਸ੍ਰਿਸ਼ਟੀ ਚਲਾ ਰਿਹਾ ਹੈ। ਪਰ ਪਰਮਾਤਮਾ ਸੰਬੰਧੀ ਵਿਚਾਰ ਕਰਨ ਤੋਂ ਪਹਿਲਾਂ ਕਈ ਲੋਕ ਇਹ ਸਵਾਲ ਵੀ ਕਰਦੇ ਨੇ ਕਿ ਪਰਮਾਤਮਾ ਹੈ ਕੀ, ਉਸ ਅਕਾਲ ਪੁਰਖ ਦੀ ਹਸਤੀ ਕੀ ਹੈ, ਉਹਨੂੰ ਸਿੱਧ ਕਰਨ ਲਈ ਸਾਡੇ ਪਾਸ ਕਿਹੜਾ ਸਬੂਤ ਹੈ। ਅਸੀਂ ਹੋਰ ਤਾਂ ਨਹੀਂ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਕੋਰਸ ਹੈ, ਤਾਂ ਅਸੀਂ ਅੱਜ ਵਿਚਾਰਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਦੀ ਸਰਵ ਵਿਆਪਕਤਾ ਦਾ ਕੀ ਕੰਸੈਪਟ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਰਗੁਣ ਸਰਗੁਣ ਦੀ ਕੀ ਪਰਿਭਾਸ਼ਾ ਦਿੱਤੀ ਹੈ, ਉਸ ਬਾਰੇ ਅਸੀਂ ਅੱਜ ਗੱਲ ਕਰਨੀ ਹੈ ਕਿ ਗੁਰੂ ਸਾਹਿਬ ਨੇ ਪਰਮਾਤਮਾ ਦੀ ਹਸਤੀ ਨੂੰ ਕਿਵੇਂ ਦੇਖਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਦੀ ਹਸਤੀ ਨੂੰ ਕਿਵੇਂ, ਉਹਦੀ ਹਸਤੀ ਨੂੰ ਵਿਆਖਿਆਨ ਉਹਦਾ ਕੀਤਾ ਗਿਆ। ਤਾਂ ਮੈਂ ਦੱਸ ਦੇਵਾਂ ਕਿ ਗੁਰੂ ਨਾਨਕ ਸਾਹਿਬ ਲਈ ਅਕਾਲ ਪੁਰਖ ਦੀ ਹਸਤੀ ਦਲੀਲਾਂ ਅਤੇ ਸਬੂਤਾਂ ਦੀ ਮੁਹਤਾਜ ਨਹੀਂ ਸੀ। ਅਕਾਲ ਪੁਰਖ ਦੇ ਨਿਸ਼ਚੇ ਦੇ ਆਸਰੇ ਉਹਨਾਂ ਨੇ ਅਕਾਲ ਪੁਰਖ ਇੱਕ ਅਜਿਹੀ ਹਸਤੀ ਹੈ ਜਿਹੜੀ ਅਸਲੀ ਅਰਥਾਂ ਵਿੱਚ ਸੱਚ ਮਤਲਬ ਟਰੁੱਥ ਅਥਵਾ ਕਾਇਮ ਰਹਿਣ ਵਾਲੀ ਹਸਤੀ ਹੈ। ਤੋ ਪਰਮਾਤਮਾ ਦੀਆਂ ਸੂਰਤਾਂ ਅਨੇਕ ਹਨ ਜੋ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਇਹ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਮੈਂ ਗੱਲ ਕਰ ਰਿਹਾ। ਔਰ ਵੱਖ-ਵੱਖ ਮਜ਼ਹਬਾਂ ਵਿੱਚ, ਵੱਖ-ਵੱਖ ਧਰਮਾਂ ਵਿੱਚ ਜੋ ਇੱਕ ਰੱਬ ਨੂੰ ਮੰਨਦੇ ਨੇ, ਇਸ ਦੀਆਂ ਦੋ ਸੂਰਤਾਂ ਬਾਰੇ ਵਿਚਾਰ ਕੀਤੀ ਗਈ ਹੈ। ਇੱਕ ਤਾਂ ਰੱਬ ਅਗਮ ਤੇ ਅਗੋਚਰ ਹੈ, ਜਿੱਥੇ ਪਹੁੰਚਿਆ ਨਹੀਂ ਜਾ ਸਕਦਾ। ਇੱਕ ਰੱਬ ਸਰਵ ਵਿਆਪਕ ਹੈ। ਇਹ ਦੋ ਜਿਹੜੀਆਂ ਨੇ ਇਹ ਫਿਲੋਸਫੀਆਂ ਨੇ। ਰੱਬ ਅਗਮ ਅਗੋਚਰ ਕੀ ਹੁੰਦਾ ਹੈ? ਇਸ ਤੋਂ ਭਾਵ ਹੈ ਕਿ ਰੱਬ ਸਰਬ ਸ਼ਕਤੀਮਾਨ ਹੈ, ਕਰਤਾ ਧਰਤਾ ਹੈ ਅਤੇ ਅਪਹੁੰਚ ਹੈ, ਜਿਹਦੀ ਗੱਲ ਮੂਲ ਮੰਤਰ ਦੇ ਵਿੱਚ ਵੀ ਸਾਨੂੰ ਮਿਲਦੀ ਹੈ। ਇਸ ਲਈ ਇਹ ਨਿਰਗੁਣ ਹੈ। ਰੱਬ ਸਰਵ ਵਿਆਪਕ ਤੋਂ ਭਾਵ ਹੈ ਕਿ ਇਹ ਘਟ ਘਟ 'ਚ ਵਸਦਾ ਹੈ, ਇਸ ਲਈ ਇਹ ਸਰਗੁਣ ਹੈ। ਤੋ ਇਹ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਰਗੁਣ ਔਰ ਨਿਰਗੁਣ ਇਹਨਾਂ ਦੋਨਾਂ ਨੂੰ ਆਪਣੀ ਜਿਹੜੀ ਹੈ ਇਸ ਦੋਨਾਂ ਦੇ ਉੱਤੇ ਗੱਲ ਕਰਕੇ ਤੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਜਿਹੜਾ ਇਹ ਨਿਰਗੁਣ ਵੀ ਹੈ ਔਰ ਸਰਗੁਣ ਵੀ ਹੈ। ਤੋ ਇਸ ਬਾਰੇ ਅੱਜ ਅਸੀਂ ਵਿਚਾਰ ਕਰਨੀ ਹੈ। ਸਾਡੇ ਵਿੱਚ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਜੀ, ਜਿਹੜੇ ਗੌਰਮੈਂਟ ਸਕੂਲ ਦੇ ਸਾਰੀ ਉਮਰ ਪ੍ਰਿੰਸੀਪਲ ਰਹੇ, ਸਾਇੰਸ ਦੇ ਵੀ ਪ੍ਰਿੰਸੀਪਲ, ਮੈਥ ਦੇ ਵੀ ਇਹ ਟੀਚਰ ਰਹੇ ਨੇ, ਗੁਰਬਾਣੀ ਔਰ ਗੁਰਮਤ ਦੇ ਬੜੇ ਗਿਆਤਾ ਨੇ। ਸਾਡੇ ਇੱਥੇ ਗੁਰਮਤ ਕਾਲਜ ਵਿੱਚ MA ਰਿਲੀਜੀਅਸ ਸਟੱਡੀ ਔਰ ਸਿੱਖ ਸਟੱਡੀਜ਼ ਦੀਆਂ ਵੀ ਕਲਾਸਾਂ ਇਹ MA ਦੀਆਂ ਵੀ ਲੈਂਦੇ ਨੇ ਔਰ ਬਹੁਤ ਗੁਰਮਤ ਨੂੰ ਔਰ ਗੁਰਬਾਣੀ ਨੂੰ ਸਮਝਣ ਵਾਲੇ ਨੇ, ਮਿਸ਼ਨਰੀ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਸਰਵ ਵਿਆਪਕਤਾ, ਪਰਮਾਤਮਾ ਦੀ ਨਿਰਗੁਣ ਸਰਗੁਣ ਦਾ ਕੰਸੈਪਟ, ਉਸ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਕੀ ਕਹਿ ਰਹੇ ਨੇ ਉਸ ਬਾਰੇ ਸਾਨੂੰ ਇਹ ਗੱਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਮਸ਼ਕੂਰ ਹਾਂ ਚੇਅਰਮੈਨ ਸਾਹਿਬ ਦਾ। ਆਪ ਜੀ ਨੇ ਲੈਕਚਰ ਜੋ ਵਿਸ਼ਾ ਹੈ ਇਸ ਦੀ ਬੜੀ ਸੋਹਣੀ ਭੂਮਿਕਾ ਔਰ ਉਸ ਦੀ ਜਿਹੜੀ ਪੂਰੀ ਰੂਪ ਰੇਖਾ ਆਪ ਜੀ ਦੇ ਸਾਹਮਣੇ ਰੱਖ ਦਿੱਤੀ ਹੈ। ਜਿਹੜਾ ਸਿਲੇਬਸ ਆਪ ਜੀ ਨੂੰ
इस शॉर्ट टर्म कोर्स का दिता गया है, उस विच इस लैक्चर नूं कि इस विषय नूं जड़ा अगम अगोचर रूप नाल देखिया, खोजत खोजत घट घट देखिया, जो कि बिलावल महला पहला थित्ती कर 10वां साहिब श्री गुरु ग्रंथ साहिब जी के अंदर ये मौजूद है, जड़ा कि परमात्मा के स्वरूप बारे जड़ी गल है वो कीती गई है। परमात्मा क्योंकि जदों असी आखदे हां अगम अगोचर रूप ना रेखिया, साडी दृष्टि रूप रंग नूं वेखदी है, पर परमात्मा इन्हां रूप रंग वर्गा हुंदियां होयां भी नहीं। आरती दा शब्द है, सहस तव नैन नन नैन है तोहे को, सहस मूरत नना एक तो ही, सहस पद बिमल नन एक पद गंध बिन, सहस तव गांधे चलत मोही। गुरु नानक पातशाह इस तनासरी राग के अंदर जदों आरती जगन्नाथपुरी की तो उत्थे एक गल स्पष्ट कर रहे ने कि ये जिन्ने भी जी जंत नज़र आउंदे ने, इन्हां दियां जिन्नियां अखां ने दाता तेरियां ही ने, पर निर्गुण स्वरूप विच वेखां तो एक भी तेरी नहीं। सहस तव नैन, ए जिन्ने नज़र आ रही अखां सारियां तेरियां, क्योंकि तू पैदा कीतियां, इन्हां दा करता तू है, इहदे विच वस भी तू रहे हैं, पर क्योंकि तू सूखम है इस करके नज़र नहीं आउंदा। तेरा वो रूप रंग वो वर्गा नहीं जिसदियां अखां साडियां अखां जिस नूं वेखण दियां आदि ने, जड़ियां हैबिचुअल ने, उन्हां तो अगाहां दी गल है। क्योंकि परमात्मा सूखम है ते सूखम दृष्टि नाल ही उहदे नाल पछाण पैदा की जा सकती है। जिहड़ी मुख गल कि सानू वो सूखम दृष्टि अपनाउण दी लोड़ है जे परमात्मा बारे सोचना है तां। अगम अगोचर, वो अगम, गम हुंदा गमन चलना, अगम जिस तक पहुंचिया ना जा सके, अगोचर गोचर देखना जिस जिथों तक साडी दृष्टि ना जा सके, अगम अगोचर रूप ना रेखिया, खोजत खोजत घट घट देखिया। जदों सूखम दृष्टि अपना लई तां पता लगा वो तां घट घट विच वसदा है। थोड़े एक छोटी जिन्नी एग्जाम्पल असी लैने आ, जतर ततर दिशा विसा हो फैलियो अनुराग। ए जितना कुछ भी सारे संसार दे विच असी वेख रहे हां, उस परमात्मा दियां प्रेम संवेदनावां ने जड़ियां कि हर पासे फैल रही ने। हुण असी थोड़ा जिन्ना इस नूं विचारन दी कोशिश करिए कि परमात्मा दा प्यार सारी सृष्टि विच किवें फैलिया होया। सानू अज थोड़ी जिन्नी गर्मी है ते जड़ी ठंडी ठंडी हवा है चंगी लगती है। भुख लगी होवे ते सानू रोटी दी खिच अपने आप लगती है, और ये रोटी प्रति साडा प्यार साडी खिच किन्ने पैदा कीती है। ऐसे बड़े मिल जाते ने बीमार लोग, भुख ही नहीं लगती, सानू बीमारी हो जाती है कि भुख नहीं लगी। तो चंगी भुख लग जाए तो डॉक्टर कहते हैं कि सेहत की निशानी है, पर ये भुख पैदा कौन करता है? जे साइंटिस्ट की गल करिए, विग्यानियां की गल करिए, वो कहते इट इज़ नेचर, पर नेचर तो वध के वो होर किसी चीज़ नूं क्रैडिट नहीं देना चाहते। पर बाणी विच इस नेचर, इस कुदरत के पीछे कोई कादर है। अज विग्यानियां करके बहुत सारी जड़ी पॉपुलेशन है वो रब तो मुनकर हुई है।
क्यों हुई है कि साइंटिस्ट दियां अचीवमेंट्स इन्नियां स्टार्टलिंग ने कि साडा बदो बदी लगता है साइंटिस्ट के अगे सिर झुकता है। हाँ जी, बड़ियां सानू सुविधावां मिलियां ने, साइंस ने बहुत कुछ दिता है। पर एक गल, साइंस ने इन्ना कुछ दिता पर मन का सकून नहीं दिता। ਜਿਹੜੀ ਮਨ ਨੂੰ ਤਰਵਾਸ ਮਿਲਣੀ ਸੀ, ਮਨ ਨੂੰ ਜਿਹੜੀ ਸਿਚੁਏਸ਼ਨ ਮਿਲਣੀ ਸੀ, ਮੈਂ ਜਿਤਨਾ ਕੁਛ ਵੀ ਦੁਨਿਆਵੀ ਪ੍ਰਾਪਤ ਕਰ ਲਾਂ, ਮਾਨਸਿਕ ਸੁਖ ਨਹੀਂ ਮਿਲਦਾ। ਮਾਨਸਿਕ ਸੁਖ ਦੇ ਲਈ ਤੁਹਾਨੂੰ ਧਰਮ ਦੀ ਸ਼ਰਨ ਵਿੱਚ ਜਾਣਾ ਹੀ ਪੈਂਦਾ ਹੈ। ਬਥੇਰੇ ਤੁਸੀਂ ਨਾਚ ਗਾਣੇ ਐਂਟਰਟੇਨਮੈਂਟ ਕਰ ਲਓ, ਉਹ ਵੀ ਥਕਾਵਟ ਪੈਦਾ ਕਰਦੀਆਂ ਨੇ, पर केवल ते केवल वो परमात्मा का नाम है जड़ा सर्व सुखां का दाता है, जिस तो सारे सुख मिलते ने, जिस दे आया ये दुनियावी सुख भी तृप्त करते ने। ते जे वो ना होवे, सारे धन पदार्थ होंदियां होयां भी मनुख दी तृष्णा बुझदी नहीं। सो अगम अगोचर रूप ना रेखिया, खोजत खोजत घट घट देखिया। मां दे प्रति जिहड़ी खिच है, दुवली खिच है, बच्चे दे मां दे प्रति ते मां दी बच्चे दे प्रति। कौन मां नूं डर करदा है कि वो तैयारी कर लवे कि घर विच कोई बाल आने वाला है। बायोलॉजिस्ट कह देंगे कि यह सारा हारमोनल क्रिया है जी, हारमोन पैदा होंदे जी, ये हारमोन्स के नाल ही अपने आप लैक्टेटिंग हारमोन उहदे अंदर दुध पैदा कर देंदे, बच्चा हाले गर्भ विच ही है ते ओ दुध बनन दी जिहड़ी प्रक्रिया है शुरू हो जाती है, वो सारा काम अपने आप शुरू हो जाता है। बट हु इज़ डायरैक्टिंग दिस? ये सारा कुछ एक ऑर्डर किवें है, ये सारा कुछ सिस्टमैटिक किवें है, इस सिस्टम नूं चलाण वाला तो कोई होएगा। ये शरीरा मेरे इस जग में आए के क्या तुद कर्म कमाया, ये शरीरा मेरा हर तुम में जोत रखी तां तू जग में आया। असी केवल एक दिसदा शरीर नहीं आ, इस शरीर के अंदर एक सूक्ष्म मन है। इस सूक्ष्म मन नूं चलाण वाली वो मन की है? मन तू जोत स्वरूप है, अपना मूल पछान। उस दे अंदर इच सच्चे की जोत है, ते ये सच्चे दी जोत नूं पछानना, उस तक लखना, उस तक पहुँचना ही तो साडा सारा तरद्दद है। इस मन दियां तरंगां नूं समझना, इनू काबू करना ही तो साडा सिੱਖੀ ਦਾ मुख मंतव है। जे इत्थों तक चलांगे, इस तक पहुँचांगे, इस तक जाणांगे, तो जब तक इनू बुझांगे नहीं, गल अगे चलेगी नहीं। सो उस परमात्मा नू जानन दे लई वो मां दे अंदर एवें नहीं आखिया इस धरती दे उत्ते जे रब दा कोई दूजा स्वरूप है तो वह मां है, क्योंकि मां ही तो बच्चे नू उस तरह ही पालदी है। ते उस दे अंदर ये ममता पैदा किन्ने कीती? अपने आप ते नहीं होई, ये रब ने पाई है। ये ममता भी तो रब ने पाई है। साडी दुनियावी पदार्थां दे प्रति जिहड़ी खिच है, उसदा मूल कारण की है? उसदा मूल कारण भी वो परमात्मा ने जतर ततर दिशा विसा हो फैलियो अनुराग, ओ प्यार जड़ा परमात्मा ने सारी सृष्टि दे विच फैलिया होया, ते असी उसे नूं पुंछ रहे हैं, उसे नूं भोग रहे हैं, पर असी कहने हैं कि ये शायद साडी अपनी सियाणप है। असी ये समाज नूं देने हैं ते समाज सानूं वापस करदा है। पर मूल रूप विच वेखो तो इहदे विच साडी अपनी समर्था की है। कहंदा कि जेकर तैनूं ये समर्था मिली है, असी शब्द पढ़ते हैं, तेरा कीता जातो नाही मैनू जोग कीतोई। हुण जरा इस गल नूं थोड़ा विचारीए कि परमात्मा ने मैनू किन्ने कु जोगा बनाया है। असी तो जाने ही नहीं। परमात्मा ने साडियां अखां दे विच जोत दिती,
परमात्मा ने साडे बाजुआं दे विच ताकत दित्ती, परमात्मा ने साडे दिमाग दे अंदर सानू समर्था दित्ती, असी कुछ करन जोगे होए। ते जिन्हां कोल नहीं है जरा उन्हां नू पुछ के वेखो। असी कदी भी उस परमात्मा का शुक्र नहीं किया जड़ियां दातां उसने दित्तियां। पर रोज़ रहरास विच पढ़दे आ ना, तेरा कीता जातो नाही मैनू जोग कितोई, मैं निर्गुण आरे को गुण नाही आपे तरस पियोई। असी आप ये नहीं प्राप्त कीतियां, ये तेरी किरपा दे नाल मिलियां ने। ते तेरी किरपा दे नाल ही असी तेनू पछाण सकते हैं जे तू ये सानू दृष्टि दे देवें तां। पर साडी की करिए, मजबूरी है, साडियां अखां सिर्फ रूप रंग वेखदियां ने, उस सूखम प्रभु नू वरतदियां नहीं वेखदियां। जे उस प्रभु नू वरतदियां वेख लईए कि परमात्मा मां दे रूप विच वरत रहा है, परमात्मा पिता के रूप विच वरत रहा है। बुजुर्ग हो जाता है बंदा ते उस दे बच्चे उसकी सहायता करन वास्ते, उसदा सारा कारज करन वास्ते उसदे आले दुआले घूमते हैं। कौन करदा है उन्हां नूं? पातशाह कहते रमैया के गुणचेत परानी, कवन मूल ते कवन दृष्टानी, जिंतु साज सवार सिगारिया, गर्भ अगन में जिन्हें उबारिया। बार व्यवस्था तुझे प्यारे दूध, पर जोबन भोजन सुख सूद, बिरद भया ऊपर साख सैन, मुख उपयाओ बैठ को देन। ए निर्गुण गुण कछु न बूझे, बख्श लियो तो नानक सीजै। जरा वेखिए तो सही, बच्चा जदों जन्म लैंदा है वो अपने आप कुछ भी नहीं कर सकता, पर परमात्मा ने ऐसा सिलसिला बनाया, मां दे अंदर ममता पाई है। थोड़ा वड्डा हुंदा है, खेडन नूं ओहदे संगी साथी ओहदे दोस्त यार बनाते, जवानी आउंदी है ओहदे होर जड़े उस उम्र दे हम उम्र दे साथी लभ जांदे ने। बुजुर्ग हो जांदा है, ओहदे पुत्तर पोतरे ओहदी सहाय ओहदा ख्याल रखण वास्ते। इन्हां सारियां दे विच ओ खिच कौन पाण वाला है? ये तो परमात्मा है जड़ा मूल रूप विच सारा कुछ कर रहा है। ते उस परमात्मा का शुक्र करिए, उस परमात्मा दे धन्नवादी होइए कि उसने इन्नियां समर्थावां, इन्ना जोग, इन्ना जोगा सानू कर दिता है। ते जेकर वो परमात्मा इन्ना कुछ करता है, वो है इको ही, एकम एकमकार निराला, अमर अजोनी, जात ना जाला, अगम अगोचर रूप न रेख्या, खोजत खोजत घट घट देखिया, जो देख दिखावे तिसको बल जाई, गुर प्रसाद परम पद पाए। गल तां उस परमात्मा ये सारा कुछ वरत रहा है, पर है वो इको ही, पर कोई दिखाण वाला होवे, कोई साडे अंदर वो दृष्टि आ जाए, उसनों असी पछाण सकीए। ओ परमात्मा जो इन्ना वड्डा है, वड्डा मेरा गोविंद, अगम अगोचर आद निरंजन निरंकार जियो, ताकि गत कही न जाए, अमित वड्याई मेरा गोविंद अलख अपार जियो। असी उहदा लेखा नहीं कर सकते, अलख है, उन्होंने असी ब्लैक एंड वाइट इच एक्सप्लेन नहीं कर सकते। तो जेकर कर नहीं सकते तो फिर हाँ इन्ना कु है कि असी अपने हिरदे दे अंदर उस दी विशालता दी अनुभव दी छो जरूर लै सकते हैं, पर जेकर उसनू अंतर दृष्टि ध्यान धर के ते उसनू लभन दी कोशिश करिए तां वो परमात्मा जड़ा कि सारी सृष्टि विच व्यापक है, गुरु ग्रंथ साहब दे अंदर जड़ा उसका कंसैप्ट है, जड़ी उसकी गल की गई है, वो थोड़ी जी नवेकली है। जदों असी सुखमनी साहब विच पढ़ते हैं, सरगुण निर्गुण निरंकार सुन समाधि आप, आपन किया नानका आपे ही फिर जाप, कि ओ परमात्मा सरगुण निर्गुण निरंकार सुन समाधि आप, आपन किया नानका आपे ही फिर जाप। बाणी नू जदों पढ़ना होवे, समझना होवे,
ਤਾਂ ਇੱਕ ਗੱਲ ਧਿਆਨ ਵਿੱਚ ਰੱਖਣ ਦੀ ਲੋੜ ਹੈ। ਹੁਣ ਸਰਗੁਣ ਤੇ ਨਿਰਗੁਣ ਦੀ ਜਿਹੜੀ ਗੱਲ ਹੈ ਇਹ ਹਿੰਦੀ ਸਾਹਿਤ ਵਿੱਚ ਵੀ ਆਈ ਹੈ, ਪਰ ਗੁਰਮਤ ਵਿੱਚ ਜਦੋਂ ਇਹਨੂੰ ਵਰਤਿਆ ਗਿਆ ਤੇ ਇਹਦੇ ਜਿਹੜੇ ਅਰਥ ਦਾ ਘੇਰਾ ਹੈ, ਜਿਹੜੀ ਇਹਦੀ ਇਟੀਮੋਲੋਜੀ ਹੈ, ਉਹ ਥੋੜ੍ਹੀ ਜਿੰਨੀ ਫਰਕ ਹੈ। ਜਦੋਂ ਹਿੰਦੀ ਸਾਹਿਤ ਵਿੱਚ ਨਿਰਗੁਣ ਜਾਂ ਸਰਗੁਣ ਦੀ ਗੱਲ ਕੀਤੀ ਜਾਏ ਤਾਂ ਸਾਹਿਤ ਵਿੱਚ ਆਉਂਦਾ ਹੈ ਜੀ ਭਗਤੀ दो तरह की है, निर्गुण भक्ति धारा और सरगुण भक्ति धारा। सरगुण भक्ति धारा आएगी ਤਾਂ ਉਹਦੇ ਵਿੱਚ ਤੁਲਸੀਦਾਸ ਜੀ ਦੀ ਗੱਲ ਆਏਗੀ, ਉਸ ਵਿੱਚ ਸੂਰਦਾਸ ਜੀ ਦੀ ਗੱਲ ਆਏਗੀ, ਪਰ ਜਦੋਂ ਨਿਰਗੁਣ ਦੀ ਗੱਲ ਆਏਗੀ ਤਾਂ ਉਹ ਕਹਿਣਗੇ ਜੀ ਕਬੀਰ ਸਾਹਿਬ ਨਿਰਗੁਣ ਧਾਰਾ ਕੇ ਥੇ। ਪਰ ਜਦੋਂ ਸਰਗੁਣ ਦੀ ਗੱਲ ਦੀ ਵਿਆਖਿਆ ਕਰਨ ਤਾਂ ਕਹਿੰਦੇ ਹਨ ਜੀ ਜਦੋਂ ਪਰਮਾਤਮਾ ਨੂੰ ਸਾਕਾਰ ਰੂਪ ਦੇ ਵਿੱਚ ਧਿਆਇਆ ਜਾਏ ਤਾਂ ਸਰਗੁਣ ਭਗਤੀ ਹੈ, ਤੇ ਨਿਰਗੁਣ ਜਦੋਂ ਨਿਰਾ ਆਕਾਰ ਰਹਿਤ ਜਦੋਂ ਕੀਤਾ ਜਾਏ ਤਾਂ ਉਸ ਨੂੰ ਨਿਰਗੁਣ ਆਖਿਆ ਜਾਂਦਾ ਹੈ। ਪਰ ਬਾਣੀ ਜਦੋਂ ਗੱਲ ਕਰਦੀ ਹੈ ਤਾਂ ਸਰਗੁਣ ਤੇ ਨਿਰਗੁਣ ਨੂੰ ਉਹ ਇਸ ਤਰ੍ਹਾਂ ਵੀ ਕਹਿੰਦੇ ਹਨ ਕਿ ਜਦੋਂ ਸਰਗੁਣ ਤੋਂ ਭਾਵ ਹੈ ਕਿ ਉਹ ਪੈਂਥੀਜ਼ਮ, ਭਾਵ ਉਹ ਪਰਮਾਤਮਾ ਜਿਹੜਾ ਹੈ ਉਹ ਕਈ ਰੂਪਾਂ ਦੇ ਵਿੱਚ ਹੈ, ਤੇ ਜਦੋਂ ਨਿਰਗੁਣ ਦੀ ਗੱਲ ਕਰਦੇ ਨਾ ਤਾਂ ਉਹ ਇਹ ਕਿਹਾ ਜਾਂਦਾ ਕਿ ਉਹ ਪਰਮਾਤਮਾ ਜਿਹੜਾ ਹੈ ਉਹ ਮੋਨੋਥੀਸਟ ਹੈ, ਇੱਕ ਈਸ਼ਵਰ ਦੀ ਗੱਲ ਹੈ। ਤੇ ਇੱਕ ਈਸ਼ਵਰ ਕਿਹੜਾ ਜਿਹੜਾ ਕਿ ਇਸ ਧਰਤੀ ਤੋਂ, ਇਸ ਸਾਰੇ ਬ੍ਰਹਿਮੰਡ ਤੋਂ ਅਲੱਗ ਬੈਠਾ ਹੈ, ਉਹ ਇਸ ਵਿੱਚ ਲਿਪਤ ਨਹੀਂ, ਹੈ, ਇਸ ਤੋਂ ਬਾਹਰ ਹੈ। ਕ੍ਰਿਸਚੈਨਿਟੀ ਵਿੱਚ, ਇਸਲਾਮ ਵਿੱਚ ਜਿਹੜੇ ਸੈਮਟਿਕ ਰਿਲੀਜਨਸ ਨੇ ਉਹਨਾਂ ਦੀ ਇਹ ਧਾਰਨਾ ਹੈ ਕਿ ਰੱਬ ਜਿਹੜਾ ਹੈ 7ਵੇਂ ਅਸਮਾਨ ਤੋਂ ਪਾਰ ਹੈ, ਤੇ ਉਹੀ ਸੈਕਰਡ ਹੈ, ਉਹੀ ਪਵਿੱਤਰ ਹੈ, ਉਹੀ ਪਾਕ ਹੈ। ਇਹ ਸਾਰਾ ਕੁਝ ਜਿਹੜਾ ਇਸ ਧਰਤੀ ਦੇ ਉੱਤੇ ਹੈ, ਬਾਕੀ ਸਾਰੀ ਜਿਹੜੀ ਧਰਤੀ ਹੈ ਉਹ ਖਾਕ ਹੈ ਜਾਂ ਪ੍ਰੋਫੇਨ ਹੈ ਜਾਂ ਪਾਪ ਕਰਨ ਵਾਸਤੇ ਅਸੀਂ ਆਏ ਹਾਂ। ਪਰ ਥੋੜ੍ਹਾ ਜਿੰਨਾ ਫਰਕ ਗੁਰਬਾਣੀ ਵਿੱਚ ਹੈ, ਉਹ ਕਹਿੰਦੇ ਨੇ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਆਸਾ ਦੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ। ਇਸ ਤੋਂ ਭਾਵ ਹੈ ਕਿ ਇਹ ਜੋ ਦਿਸਦਾ ਸੰਸਾਰ ਹੈ ਨਾ, ਰਾਤੀ ਰੁੱਤੀ ਥਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਜੋ ਧਰਤੀ ਹੈ ਇਹ ਧਰਮਸਾਲ ਹੈ। ਤੂੰ ਇੱਥੇ ਧਰਮ ਕਮਾਉਣ ਵਾਸਤੇ ਆਇਆ, ਕੋਈ ਪਾਪ ਭੋਗਣ ਵਾਸਤੇ ਨਹੀਂ ਆਇਆ। ਕੋਈ ਪਾਪ ਕਰਮ ਕਰਕੇ ਤੇਰਾ ਇੱਥੇ ਜਨਮ ਨਹੀਂ ਹੋਇਆ। ਤੈਨੂੰ ਇੱਕ ਅਵਸਰ ਮਿਲਿਆ, ਤੈਨੂੰ ਇੱਕ ਮੌਕਾ ਮਿਲਿਆ, ਤੈਨੂੰ ਇੱਕ ਚਾਂਸ ਮਿਲਿਆ ਕਿ ਤੂੰ ਧਰਮ ਕਮਾ ਸਕੇ ਤੇ ਆਪਣਾ ਵਿਕਾਸ ਕਰ ਸਕੇ। ਸੋ ਅਸੀਂ ਇਸ ਧਰਤੀ ਦੇ ਵਿੱਚ ਆਏ ਹਾਂ, ਇਸ ਧਰਤੀ ਉੱਤੇ ਆਏ ਹਾਂ ਧਰਮ ਕਮਾਉਣ ਵਾਸਤੇ ਆਏ ਹਾਂ। ਤੇ ਇਹ ਧਰਤੀ ਕੋਈ ਪਾਪਾਂ ਜਾਂ ਖਾਕ ਨਹੀਂ ਹੈ, ਪ੍ਰੋਫੇਨ ਨਹੀਂ ਹੈ, ਇਹ ਸੱਚੇ ਕਾ ਵਾਸ ਹੈ, ਇਸ ਵਿੱਚ ਪਰਮਾਤਮਾ ਵਸਦਾ ਹੈ। ਬਾਣੀ ਵਿੱਚ ਜਿਹੜੀ ਗੱਲ ਆਖੀ ਹੈ ਕਿ ਉਹ ਪਰਮਾਤਮਾ ਸਾਰੀ ਸ੍ਰਿਸ਼ਟੀ ਦੇ ਅੰਦਰ ਜਿਤਨੇ ਜੀ ਜੰਤ ਨੇ ਉਹਨਾਂ ਸਾਰਿਆਂ ਵਿੱਚ ਵਸਦਾ ਹੈ। ਜਿਤਨਾ ਵੀ ਇਸ ਸੰਸਾਰ ਦੇ ਵਿੱਚ ਮਟੀਰੀਅਲ ਵਰਲਡ ਹੈ ਉਹ ਕਿੰਨੇ ਬਣਾਇਆ ਹੈ? ਉਹ ਵੀ ਤਾਂ ਪਰਮਾਤਮਾ ਨੇ ਬਣਾਇਆ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜ ਕੇ ਕਰ ਆਸਨ ਡਿਠੋ ਚਾਓ। दाता करता आप तुस देवे करे पसाओ, तू जनोई सब सै दिल ऐसै जिंद कवाओ, कर आसन डिठो चाओ। इस कुदरत नूं साज के ओनू अलग नहीं कीता, ओनू अपने तो वख नहीं कीता, सगों उस विच आप वस रहा है। ते जेकर हर घट विच ओ वस रहा है तां ये पाप करन दी थां क्यों होई? ਇਹ ਤਾਂ ਉਸ ਪਰਮਾਤਮਾ ਦੀ ਸੱਚੀ ਕੋਠੜੀ ਹੈ, ਉਹਦਾ ਵਾਸਾ ਹੈ ਇਸ ਵਿੱਚ। ਤਾਂ ਤੇ ਉਸ ਨੂੰ ਪਛਾਣਨ ਦੀ ਗੱਲ ਹੈ, ਉਸ ਨੂੰ ਲੱਭਣ ਦੀ ਗੱਲ ਹੈ, ਉਹ ਸੂਖਮ ਦ੍ਰਿਸ਼ਟੀ ਅਪਣਾਉਣ ਦੀ ਗੱਲ ਹੈ ਕਿ ਅਸੀਂ ਉਸ ਨੂੰ ਲੱਭ ਸਕੀਏ। ਹੁਣ ਗੱਲ ਆਉਂਦੀ ਹੈ ਕਿ ਉਸ ਪਰਮਾਤਮਾ ਤੱਕ ਪਹੁੰਚਿਆ ਕਿਵੇਂ ਜਾਏ, ਉਸ ਪਰਮਾਤਮਾ ਨਾਲ ਪਛਾਣ ਕਿਵੇਂ ਬਣੇ। ਹੁਣ ਨਿਰਗੁਣ ਤੇ ਸਰਗੁਣ ਥੀਆ, ਉਹ ਨਿਰਗੁਣ ਪਰਮਾਤਮਾ ਸੀ, ਉਸ
ਅਫੁਰ ਅਵਸਥਾ ਵਿੱਚ ਸੀ, ਉਹ ਸਫੁਰ ਵਿੱਚ ਆਇਆ ਤੇ ਸਰਗੁਣ ਸਰੂਪ ਸਾਰਾ ਸਾਜਿਆ ਗਿਆ। ਆਪੀ ਨੇ ਆਪ ਰਚਿਓ, ਆਪੀ ਨੇ ਰਚਿਓ ਨਾਉ। ਉਹ ਪਰਮਾਤਮਾ ਜਿਸ ਦਾ ਆਪਣੇ ਆਪ ਤੋਂ ਜਨਮ ਹੋਇਆ, ਆਪਣੇ ਆਪ ਤੋਂ ਜੋ ਪੈਦਾ ਹੋਇਆ, ਉਸੀ ਨੇ ਹੀ ਆਪਣਾ ਨਾਂ ਰਚਿਆ। ਸਾਡਾ ਅਸੀਂ ਇਸ ਸੰਸਾਰ ਵਿੱਚ ਆਏ ਹਾਂ, ਸਾਡਾ ਨਾਮਕਰਨ ਹੋਇਆ, ਮਾਤਾ ਪਿਤਾ ਨੇ ਗੁਰੂ ਗ੍ਰੰਥ ਸਾਹਿਬ ਤੋਂ ਜਾਂ ਪੰਡਤ ਤੋਂ ਪੁੱਛ ਕੇ ਕਿਸੇ ਨੇ ਨਾਂ ਰੱਖਿਆ ਤੁਹਾਡਾ? ਕੋਈ ਹਸਤੀ ਸੀ ਜਿਹਨੇ ਤੁਹਾਡਾ ਨਾਂ ਰੱਖਿਆ? ਪਰ ਪਰਮਾਤਮਾ ਦਾ ਨਾਂ ਕਿਹਨੇ ਰੱਖਿਆ? ਪਰਮਾਤਮਾ ਨੇ ਆਪ ਹੀ ਨਾਂ ਪੈਦਾ ਕੀਤਾ ਹੈ। क्योंकि नाम के धारे सगले जंत, नाम के धारे खंड ब्रह्मांड। ये नाम वो प्रगट किन्ने कीता? ਉਹ ਪਰਮਾਤਮਾ ਦੇ ਬੰਦੇ ਹੀ ਉਸ ਰਾਮ ਨੂੰ ਪ੍ਰਗਟ ਕਰਦੇ ਨੇ, ਪਰ ਨਾਂ ਪੈਦਾ ਉਸ ਪਰਮਾਤਮਾ ਨੇ ਆਪ ਕੀਤਾ। ਜਿੱਥੇ ਪਰਮਾਤਮਾ ਉੱਥੇ ਉਸ ਦੀ ਹੋਂਦ, ਉੱਥੇ ਉਸ ਦਾ ਨਾਂ। ਤੇ ਜਦੋਂ ਇਹ ਨਾਂ ਲਏਗਾ ਤੇ ਦੂਸਰਾ ਕੰਮ, ਦੁਈ ਕੁਦਰਤ ਸਾਜ ਕੇ ਕਰ ਆਸਨ ਡਿਠੋ ਚਾ। ਕੁਦਰਤ ਨੂੰ ਸਾਜਿਆ ਤੇ ਕੁਦਰਤ ਦੇਖੋ ਬਾਣੀ ਦੇ ਵਿੱਚ ਜਿਹੜੀ ਗੱਲ ਆਵੇਗੀ, ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਪ੍ਰਾਕਿਰਤੀ ਨਹੀਂ ਆਏਗਾ। ਇੱਥੇ ਸ਼ਬਦ ਜਿਹੜਾ ਆਂਦਾ ਹੈ ਉਹ ਕੁਦਰਤ ਆਂਦਾ ਹੈ। ਕੁਦਰਤ ਤੋਂ ਭਾਵ ਹੈ ਜਿੱਦਾਂ ਕੋਈ ਕਾਦਰ ਹੁੰਦਾ ਹੈ। ਪ੍ਰਕਿਰਤੀ ਤੋਂ ਭਾਵ ਹੈ ਜਿਹੜਾ ਅਨਾਦੀ ਹੈ। ਕਿਉਂਕਿ ਜੇ ਸਾਂਖ ਦਰਸ਼ਨ ਦੀ ਗੱਲ ਕਰੀਏ, ਵੇਦਾਂਤ ਦੀ ਗੱਲ ਕਰੀਏ ਜਾਂ ਗੀਤਾ ਦੀ ਗੱਲ ਕਰੀਏ, ਉਹਨਾਂ ਸਾਰਿਆਂ ਦੇ ਵਿੱਚ ਜਦੋਂ ਪ੍ਰਕਿਰਤੀ ਦੀ ਗੱਲ ਆਉਂਦੀ ਹੈ, ਪ੍ਰਕਿਰਤੀ ਤੇ ਪੁਰਸ਼ ਨੂੰ ਦੋ ਵੱਖਰੀਆਂ ਹਸਤੀਆਂ ਮੰਨਿਆ ਗਿਆ ਹੈ। ਉਹ ਕਹਿੰਦੇ ਹਨ, ਜਿਹੜੀ ਵੇਦਾਂਤ ਦੀ ਸਾਂਖ ਦਰਸ਼ਨ ਦੀ ਜਿਹੜੀ ਗੱਲ ਹੈ, ਕਿ ਪੁਰਸ਼ ਜਿਹੜਾ ਚੇਤਨ ਹੈ, ਭਾਵ ਜਿਹਦੀਆਂ ਅੱਖਾਂ ਨੇ, ਪਰ ਉਹ ਕਰਤਾ ਨਹੀਂ ਹੈ। ਤੇ ਜਦੋਂ ਗੱਲ ਆਵੇਗੀ ਪ੍ਰਕਿਰਤੀ ਦੀ, ਤਾਂ ਪ੍ਰਕਿਰਤੀ ਚੇਤਨ ਨਹੀਂ ਹੈ ਪਰ ਕਰਤਾ ਹੈ। ਤਾਂ ਸ੍ਰਿਸ਼ਟੀ ਚਲਾਉਣ ਦੇ ਲਈ, ਸ੍ਰਿਸ਼ਟੀ ਬਣਾਉਣ ਦੇ ਲਈ ਪੁਰਸ਼ ਤੇ ਪ੍ਰਕਿਰਤੀ ਦਾ ਮੇਲ ਹੁੰਦਾ ਤੇ ਸ੍ਰਿਸ਼ਟੀ ਰਚਨਾ ਸ਼ੁਰੂ ਹੁੰਦੀ ਹੈ। ਇਹਨੂੰ ਉਹ ਕਹਾਣੀ ਦੇ ਨਾਲ ਇਸ ਤਰ੍ਹਾਂ ਸਮਝਾਉਂਦੇ ਨੇ ਕਿ ਇੱਕ ਅੰਨਾ ਹੈ ਪਰ ਉਹ ਚੱਲ ਸਕਦਾ ਹੈ, ਇੱਕ ਲੰਗੜਾ ਹੈ, ਉਹਦੀਆਂ ਅੱਖਾਂ ਨੇ, ਤੇ ਦੋਨੋਂ ਕਹਿੰਦੇ ਨੇ ਵੀ ਜੰਗਲ ਪਾਰ ਕਰਨਾ ਹੈ। ਤੇ ਅੰਨਾ ਕਹਿੰਦਾ ਹੈ ਕਿ ਲੰਗੜੇ ਨੂੰ ਮੇਰੇ ਮੋਢਿਆਂ ਤੇ ਬਹਿ ਜਾ ਤੇ ਆ ਮੈਂ ਤੈਨੂੰ ਜੰਗਲ ਪਾਰ ਕਰਾ ਦੇਣਾ। ਕਹਿੰਦਾ ਜਿਹੜਾ ਅੰਨਾ ਹੈ ਉਹ ਪ੍ਰਕਿਰਤੀ ਹੈ, ਜਿਹੜਾ ਲੰਗੜਾ ਹੈ ਉਹ ਪੁਰਸ਼ ਹੈ। ਦੋਨਾਂ ਦੇ ਸੰਯੋਗ ਨਾਲ ਸ੍ਰਿਸ਼ਟੀ ਚੱਲੀ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਕਰਤਾ ਪੁਰਖ, ਭਾਵ ਉਹ ਅਕਾਲ ਪੁਰਖ ਆਪ ਹੀ ਕਰਤਾ ਹੈ, ਆਪ ਹੀ ਪੁਰਖ ਹੈ। ਕੋਈ ਦੋ ਅਲੱਗ ਅਲੱਗ ਉਸ ਦੇ ਰੂਪ ਨਹੀਂ ਨੇ। ਉਸ ਪਰਮਾਤਮਾ ਦੇ ਦੋਵੇਂ ਰੂਪ ਨੇ, ਨਿਰਗੁਣ ਵੀ ਉਹੀ ਹੈ, ਸਰਗੁਣ ਵੀ ਉਹੀ ਹੈ। ਤੇ ਜਦੋਂ ਇਸ ਨੂੰ ਗੱਲ ਕੀਤੀ ਜਾਂਦੀ, ਜਿਹੜੇ ਫਿਲਾਸਫਰਸ ਨੇ ਉਹ ਇਹ ਕਹਿੰਦੇ ਨੇ, ਦਰਸ਼ਨ ਸ਼ਾਸਤਰੀ ਇਹ ਗੱਲ ਕਹਿੰਦੇ ਨੇ ਕਿ ਜਿਹੜੀ ਇਹ ਗੱਲ ਹੈ ਕਿ ਰੱਬ ਇੱਕ ਈਸ਼ਵਰਵਾਦ, ਭਾਵ ਉਹ ਸਤਵੇਂ ਅਸਮਾਨ ਤੇ ਅਟੰਕ ਨਹੀਂ ਬੈਠਾ, ਉਹ ਨਿਰਗੁਣ ਰੂਪ ਵਿੱਚ ਵੀ ਹੈ ਤੇ ਇਸ ਸਾਰੀ ਸ੍ਰਿਸ਼ਟੀ ਨੂੰ ਲਗਾਤਾਰ ਚਲਾ ਵੀ ਰਿਹਾ ਹੈ। ਉਹ ਸਰਗੁਣ ਰੂਪ ਵਿੱਚ ਵੀ ਹੈ। ਨਿਰਗੁਣ ਤੇ ਸਰਗੁਣ ਦੇ ਵਿੱਚ ਨਿਰੰਤਰਤਾ ਹੈ, ਕੋਈ ਫਰਕ ਨਹੀਂ। ਦੋਹਾਂ ਦੇ ਅੰਦਰ ਕੋਈ ਵੱਖਰੀਆਂ ਵੱਖਰੀਆਂ ਕੰਪਾਰਟਮੈਂਟਸ ਨਹੀਂ, ਉਹ ਤਾਂ ਇੱਕ ਦੂਜੇ ਦੇ ਵਿੱਚ ਓਤ ਪ੍ਰੋਤ ਹਨ। ਭਾਵ ਉਹੀ ਪਰਮਾਤਮਾ ਨਿਰਗੁਣ ਹੈ, ਉਹੀ ਪਰਮਾਤਮਾ ਸਰਗੁਣ ਹੈ। ਤੇ ਜਦੋਂ ਕਹਿੰਦੇ ਨੇ ਇਹ ਰੱਬ ਦਾ ਜਿਹੜਾ ਕਨਸੈਪਟ ਹੈ, ਕਿ ਰੱਬ ਦੇ ਬਾਰੇ ਜਿਹੜੀ ਇਹ ਅਵਧਾਰਨਾ ਹੈ, ਇਹ ਜਿਹੜੀ ਕਨਸੈਪਚੁਅਲ ਸਕੀਮ ਹੈ, ਇਹ ਜਿਹੜੀ ਫਿਲਾਸਫੀ ਹੈ, ਕਹਿੰਦੇ ਨੇ ਇਹ ਹੈ ਪੈਨੈਂਥੀਜ਼ਮ, ਕਿ ਉਹ ਪਰਮਾਤਮਾ ਨਿਰੰਤਰ ਈਸ਼ਵਰਵਾਦ ਹੈ, ਕਿ ਉਹ ਨਿਰੰਤਰ ਰੂਪ ਦੇ ਵਿੱਚ ਸਰਗੁਣ ਰੂਪ ਵਿੱਚ ਵੀ ਹੈ, ਨਿਰਗੁਣ ਰੂਪ ਵਿੱਚ ਵੀ ਹੈ। ਸਰਗੁਣ ਰੂਪ ਵਿੱਚ ਇਹ ਸਾਰੀ ਸ੍ਰਿਸ਼ਟੀ ਉਸ ਦਾ ਰੂਪ ਹੈ, ਤੇ ਨਿਰਗੁਣ ਰੂਪ ਵਿੱਚ, ਸੂਖਮ ਰੂਪ ਵਿੱਚ ਉਸ ਦੀ ਜੋਤ ਇਹਨਾਂ ਸਾਰੀ ਸ੍ਰਿਸ਼ਟੀ ਵਿੱਚ ਵਰਤ ਰਹੀ ਹੈ। ਭਾਵੇਂ ਉਹ ਜੜ ਪਦਾਰਥ ਨੇ, ਭਾਵੇਂ ਚੇਤਨ ਪਦਾਰਥ ਨੇ, ਜੀ ਜੰਤ ਪੇੜ ਪੌਦੇ ਜਿਨ੍ਹਾਂ ਵਿੱਚ ਵੀ ਹੈ, ਉਹਨਾਂ ਸਾਰਿਆਂ ਵਿੱਚ ਉਸ ਦੀ ਜੋਤ ਰੁਮਕ ਰਹੀ ਹੈ ਤੇ ਉਹ ਕਾਰਜ ਕਰ ਰਹੀ ਹੈ। ਤੇ
उस परमात्मा दे ये दोवें रूप निर्गुण ते सरगुण, निर्गुण ते सरगुण थीआ, वो निर्गुण परमात्मा फुर अवस्था दे विच सारियां तो पहला निरंकार सुन अवस्था दे विच, उत्थों दी निर्गुण ते सरगुण रूप विच ये दोवें आपस दे विच ओत प्रोत होए होए सारी सृष्टि विच वरत रहे ने। सो गुरु ग्रंथ साहब दे अंदर जदों असी निर्गुण या सरगुण या परमात्मा दे स्वरूप की गल करिए तां ये एक ईश्वरवाद तो भी अगे दी जड़ी गल, जड़ी निरंतर ईश्वरवाद, जड़ी पनेनथीइज्म की गल है, वो गल गुरु ग्रंथ साहब की बाणी करती है। हुण गुरु ग्रंथ साहब दे अंदर जे इस नूं प्राप्त किवें कीता जा सकता है, इस दे लई जड़ी सारी ट्रेनिंग है वो सारी साडी मन दी है, उस सूखम दृष्टि उस मन उत्ते अपनाउण दी है। असी साडियां जिन्नियां ज्ञान इंद्रियां ने, असी उन्हां दे राही केवल ते केवल सरगुण चीज़ां नूं ते वेख सकदे हां, निर्गुण नूं नहीं वेख सकदे, उस नूं नहीं लख सकदे। उस नूं लखण दे लई साडी जिहड़ी अंदर दी परसैप्शन है, जिहड़े साडे मन दे पिछे काम करन वाला जिहड़ी सुरत है उस उत्ते गल है। तो फिर जिहड़ी सुरत है उस दियां भी अलग अलग अवस्थावां ने कि मुख अवस्था साडी सुरत दी जिहड़ी है वो है जिहड़ी प्राइमोर्डल है, जिहड़ी कि असी आम तौर ते बॉडली सेंसिस दे उत्ते जेकर असी जुड़े हुए होइए तां कि हुण आम तौर ते कहने आ मैनू भुख लगी है, शरीर नूं भुख लगी है पर मन दे राही प्रगट हुंदी है। पर बहुत वारी हुंदा है कि खाना पीना कुछ है नहीं या हाले कुछ खाण दा प्रबंध नहीं होया ते असी भुख नूं मारन दी समर्था भी रखते हैं। किसी खास काम विच रुझे होइए तां साडा जिहड़ा मन है वो किसी दूजे पासे लगदा है ते फिर सानू भुख विसर जाती है। बच्चा हुणे आया घर दे अंदर, मम्मी मम्मी खाण नूं दिओ, हाले कुछ है नहीं, कुछ बनन वाला है, ते इन्ने नूं मां बनाण लगदी है ते बच्चा बाहर खेडण विच ओहदे दोस्त आवाज़ मार दिंदे, खेडण विच रुझ जांदा ते उहनूं भुख विसर जाती है। साडे नाल भी यही अजिहा हुंदा है, कोई होर रोचक काम आ जाए, कोई रोचक सीरीयल आ जाए, सानू भुख खत्म हो जाती है। कोई बहुत गमी वाली गल हो जाए तां भी सानू भुख विसर जाती है। भाव साडे मन विच समर्था है कि शरीर दियां लोड़ां नूं वधा सकीए, शरीर दियां लोड़ां नूं घटा सकीए, ये साडी मन दे विच समर्थ है। ते उस परमात्मा नूं पाण दे लई, उस तक रिश्ता बनाउण दे लई सारियां तो पहला इस मन नूं समझाउण दी लोड़ है। मन समझावन कारणे कछुअक पढ़िए ज्ञान। जब तक असी उस परमात्मा दी होंद, उस दे अनुभव, उस दे ज्ञान तक ओदे नाल महसूसियत नहीं लेंदे, तद तक ये मन काबू विच नहीं आउंदा। ते जिहदे मन थिर हो जाए, मन टिक जाए, तां ओह परमात्मा दी जिहड़ी अगम अगोचर जिहड़ी ओहदी जोत व्याप रही है, जिहड़ी ओहदी अबचली जोत सारियां पासे पसरी हुई है, ओहदे सूखम सानू जिहड़े दर्शन ने वो होने शुरू हुंदे ने। गल उस परमात्मा तक ये पछाण करन दी लोड़ है, इथों तक अपने वालों उजर करन दी लोड़ पैंदी है कि सब तो पहला अपने मन नूं ट्रेनिंग देन दी लोड़ पैंदी है। ते साडी सुरत आम तौर ते शरीर ते शरीर दियां लोड़ां नाल टिकी हुंदी है, उहदे नाल जुड़ी हुंदी है, ते सुरत विच ओह कुछ प्रगटा हुंदा है जो साडियां शरीर ते दियां लोड़ां ने। कहंदे दूसरी जिहड़ी परत है उसदी ओह मानसक परत हुंदी है, जिस विच साडियां मानसक इच्छावां प्रगट हुंदियां ने। ते तीसरी जिहड़ी स्टेज हुंदी आ उन्मन दी अवस्था कहंदे कि जदों उच्चे विचारां दे नाल इह जुड़दी है। गुरबाणी जिहड़ी है, गुरबाणी साडे मन नूं ये नीचे दियां लोड़ां तो चुक के उपर वल नूं ले जाण दी यात्रा कराउंदी है। ये इस इन मन नूं, इस शरीर नाल जुड़े हुए मन नूं
एक ऐसा उपर उठाउंदी है कि साडा मन जिहड़ा उन्मन हुंदा है, उपर वल नूं जाउंदा है, उपरले विचारां वल नूं जाउंदा है। इस बाणी ते नाम पाए दा असी जदों बाणी पढ़दे हां तां बाणी पढ़न नाल साडा जिहड़ा मन है वो उपर दियां जिहड़ियां आत्मक उडारियां ने उस नूं खंभ मिलदे ने। बाणी सरगुण स्वरूप है। बाणी उस वाहिगुरु अकाल पुरख ने अपना अनुभव गुरु पातशाह दे राही उन्हां दे हिरदे दे विच वसाया ते ओ बाणी रूप हो करके गुरु हिरदे दे विचों निकलिया। शब्द रूप विच परमात्मा ने ये जो अपना स्वरूप है वो गुरु हिरदे विच टिकाया है। असी आम तौर पर कहने बाणी दे विच पढ़ते हाँ, हिरदे चरण शब्द सतगुर को नानक बांधियो पाल। हिरदे चरण शब्द सतगुर को, असी बहुत थावें शब्द पढ़ते हाँ, चरण कमल का आसरा। हुण वाहिगुरु दे चरण कमल केड़े हन? जे वाहिगुरु निर्गुण स्वरूप है तो उसके चरण केड़े होए? बाणी विच लिखिया है, हिरदे चरण शब्द सतगुर को। जड़ा गुरु दा शब्द है वो परमात्मा दे चरण ने, ते जड़ा इन्हां चरणां नूं हिरदे विच वसाउंदा है, हिरदे चरण शब्द सतगुर को नानक बांधियों पाल। ते जड़ा इस नूं हिरदे विच वसा लैंदा है तां परमात्मा दे गुण ये बाणी दे राही शब्द दे जड़े गुण ने वो प्रगट होने शुरू हो जाते ने। सो परमात्मा नूं पाण दा जड़ा सानू तरीका दसिया बाणी दे विच, शब्द नूं बाणी नूं पढ़ना, बाणी दे राही उस दे जड़े अर्थ, उहदा जड़ा भाव है, उहदा जड़ा अंतरीव भाव जड़ा शब्द अकाल पुरख वालों गुरु दे हिरदे विच आया, जड़ा अनुभव अकाल पुरख तो गुरु दे हिरदे विच प्रगट होया, बाणी राही वो साडे हिरदे विच प्रगट होएगा। ते इस स्थूल सरगुण स्वरूप बाणी दे राही उस परमात्मा दा निर्गुण स्वरूप साडे हिरदे दे विच आवेगा। ते जदों ये निर्गुण स्वरूप साडे हिरदे विच आएगा ते वो सानू पता लगता है कि निर्गुण तो किवें सरगुण दे विच वो सारे गुण जड़े निर्गुण परमात्मा दे ने वो किवें इस संसार दे विच सदगुणां दे राही प्रगट होंदे ने। कि मनुख दे अंदर जदों बाणी पढ़दा ते उहनूं ऐ लगदा है कि ए रसना तू अनरस राच रही तेरी प्यास ना जाए, ए नेत्रो मेरे हो हर बिन अवर न देखो कोई। भाव बाणी जिहड़ी है तुहाडियां सारियां सेंसिस नूं ट्रेंड करदी है ते ट्रेंड करन नाल ओह सूखम दृष्टि हिरदे दे विच घर करदी है, जिस दे नाल ये परमात्मा जड़ा अगम ते अगोचर है, जिस दा रूप रंग नहीं देख सकते, वो सामने प्रगट होया। घट घट विच ओ वरतदा दिखाई ते महसूस होना शुरू होंदा है। बाणी दे विच जदों इसनूं असी इस तरह भी देखिए कि गुरु पातशाह हर गुरु साहबाब जिहड़े हर गुरु साहबान जिहड़े ने ओ उन्हां ने शब्द नूं ही प्रमुख रखिया। उन्हां ने गुरु उस निरंजनी जोत नूं आखिया, अपने शरीर की पूजा नहीं जो उन्होंने उपदेश दिता उसकी। गुरु अर्जन पातशाह जदों उन्होंने गुरु आदि गुरु ग्रंथ का संकलन किया तां जड़ा पोथी साहब जदों आदि ग्रंथ जदों तैयार हो गया तो उसनूं उच्चे थां रखिया, आप नूं नीवें थां रखिया। निर्गुण स्वरूप रूपी बाणी नूं उन्होंने प्रगट किया। ते जड़े सरगुण स्वरूप दे विच जदों गल आई तां ओह कहंदे ने आग्या भई अकाल की तबह चलायो पंथ, सब सिखन को हुक्म है गुरु मानियो ग्रंथ। ते जदों गुरु ग्रंथ नूं मनदा है तां ओहदी जड़ी सानू जड़ा पूजा अकाल की परचा शब्द का दीदार खालसे दा। जे परमात्मा दे गुण वेखने ने तां ओह संगत विच वेखे जा सकते ने।
गुरु भी विसवे संगत 21 विसवे। संगत दे अंदर विच संगत हर प्रभ वसे जियो, क्योंकि संगत दे अंदर ते संगत केड़ी सत संगत कैसी जानी है जिथे एको नाम वखाणी है। सो ओ परमात्मा जड़ा ओ अगम अगोचर है, जदों ओ हिरदे विच आ वसदा है ते तुहाडे अंदर सत संतोख सहनशीलता खिमा ते दूजियां दे प्रति जड़ा प्यार है आपे उमड़ आउंदा है। तो सरगुण स्वरूप दे विच ये निर्गुणी जोत सरगुण रूप विच आपे बाहर प्रगट हुंदी है। निर्गुण ते सरगुण आपस दे विच ओत प्रोत ने लगातार, पर इस नूं किसी एक खास मूर्ति दे विच रख के ਇਹੋ ਜਿਹਾ ਵਿਧਾਨ ਜਾਂ ਇਹੋ ਜੀ ਗੱਲ ਗੁਰਮਤ ਵਿੱਚ ਨਹੀਂ ਆਖੀ। ਉਹਨਾਂ ਨੇ ਤੇ ਸਾਰੀ ਸ੍ਰਿਸ਼ਟੀ ਨੂੰ ਉਸ ਪਰਮਾਤਮਾ ਦਾ ਘਰ ਮੰਨਿਆ। ਇਹ ਚੰਦ ਸੂਰਜ ਤਾਰੇ ਇਹ ਸਾਰੀ ਵਿਆਪਕਤਾ ਉਸ ਪਰਮਾਤਮਾ ਦੀ ਆਪਣੀ ਬਣਾਈ ਹੋਈ ਹੈ। ਕੋਈ ਹੈ ਐਸੀ ਜਗ੍ਹਾ ਜਿਹੜੀ ਪਰਮਾਤਮਾ ਤੋਂ ਬਗੈਰ ਹੈ? ਨਹੀਂ, ਪਰ ਸਾਡੇ ਅੰਦਰ ਇੱਕ ਐਸਾ ਕੋਨਾ ਹੈ ਜਿਹੜਾ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੈ। ਉਹ ਹੈ ਸਾਡੀ ਆਪਣੀ ਸਿਆਣਪ, ਉਹ ਹੈ ਸਾਡਾ ਆਪਣੀ ਹਉਮੈ। ਐਵੇਂ ਬਾਣੀ ਦੇ ਵਿੱਚ ਨਹੀਂ ਆਖਿਆ ਕਿ ਦਾਤ ਜੋਤ ਸਭ ਸੂਰਤ ਤੇਰੀ ਬਹੁਤ ਸਿਆਣਪ ਹੋਮੈ ਮੇਰੀ। ਤੇ ਇਹ ਬਹੁਤੀ ਸਿਆਣਪ ਤੇ ਬਹੁਤੀ ਹੋਮੈ ਹੀ ਹੈ ਜਿਹੜੀ ਕਿ ਸਾਨੂੰ ਉਸ ਪਰਮਾਤਮਾ ਨਾਲ ਪਛਾਣ ਨਹੀਂ ਹੋਣ ਦਿੰਦੀ। ਤੇ ਜਿਸ ਦਿਨ ਇਹ ਕੰਟੇਨ ਹੋ ਜਾਏ ਤਾਂ ਅਸੀਂ ਉਸ ਪਰਮਾਤਮਾ ਨੂੰ ਪਛਾਣਨ ਲੱਗ ਜਾਂਦੇ ਹਾਂ। ਅਸੀਂ ਉਸ ਪਰਮਾਤਮਾ ਨੂੰ ਇਹ ਸਾਰੇ ਦੁਨਿਆਵੀ ਰਿਸ਼ਤਿਆਂ ਵਿੱਚ ਪਛਾਣਨਾ ਸ਼ੁਰੂ ਕਰ ਦਿੰਦੇ ਹਾਂ। ਪਰ ਸਾਨੂੰ ਇਹ ਮੇਲ ਤੇਰ ਕਦੋਂ ਆਉਂਦੀ ਹੈ? ਜਦੋਂ ਕੋਈ ਦੂਜਾ ਭਾਵ ਆ ਜਾਂਦਾ ਹੈ। ਬੁਰਾ ਭਲਾ ਤਿੱਚਰ ਆਖਦਾ ਜਿੱਚਰ ਹੈ ਦੋਏ ਮਾਂ ਹੈ। ਜਦੋਂ ਅਸੀਂ ਉਸ ਪਰਮਾਤਮਾ ਤੋਂ ਬਗੈਰ ਆਪਣੀ ਹੋਂਦ ਨੂੰ ਕੁਝ ਸਮਝਣਾ ਚਾਹੁੰਦੇ ਹਾਂ ਤੇ ਕਿਸੇ ਨੂੰ ਬੁਰਾ ਤੇ ਕਿਸੇ ਨੂੰ ਭਲਾ ਆਖਦੇ ਹਾਂ, ਜਦ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ। ਉਸ ਪਰਮਾਤਮਾ ਦੀ ਸ੍ਰਿਸ਼ਟੀ ਵਿੱਚ ਤਾਂ ਕੋਈ ਬੁਰਾ ਨਹੀਂ, ਕੋਈ ਭਲਾ ਨਹੀਂ। ਕੋਈ ਬੁਰਾ ਹੈ ਤਾਂ ਉਹ ਮੇਰੇ ਆਪਣੇ ਔਗਣ ਨੇ। ਦੂਜਿਆਂ ਦੇ ਵਿੱਚ ਜਦੋਂ ਅਸੀਂ ਗੁਣਾਂ ਨੂੰ ਪਛਾਣਨਾ ਸ਼ੁਰੂ ਕਰ ਦਿਆਂਗੇ, ਦੂਜਿਆਂ ਦੇ ਵਿੱਚ ਉਸ ਪਰਮਾਤਮਾ ਦੇ ਪਿਆਰ ਨੂੰ ਪਛਾਣਨਾ ਸ਼ੁਰੂ ਕਰ ਦਿਆਂਗੇ ਤੇ ਪਰਮਾਤਮਾ ਦੀ ਸੂਖਮ ਜੋਤ ਸਾਰੀ ਸ੍ਰਿਸ਼ਟੀ ਵਿੱਚ ਵਰਤਦੀ ਨਜ਼ਰ ਆਵੇਗੀ। ਤੇ ਪਰਮਾਤਮਾ ਵੱਲੋਂ ਇਹ ਜੋ ਉਸ ਦਾ ਸਰੂਪ ਹੈ ਨਿਰਗੁਣ ਤੇ ਸਰਗੁਣ ਥੀਆ, ਨਿਰਗੁਣ ਦੇ ਰਾਹੀਂ ਹੀ ਇਹ ਸਰਗੁਣ ਸਾਰੇ ਗੁਣ ਜਿਹੜੇ ਨੇ ਪ੍ਰਗਟ ਹੁੰਦੇ ਨੇ। ਅਖੀਰ ਦੇ ਵਿੱਚ ਹਰ ਜ਼ਰੇ ਦੇ ਪਿੱਛੇ ਹਰ ਜੀਵ ਦੇ ਅੰਦਰ ਉਹ ਨਿਰਗੁਣੀ ਅਪਚਲੀ ਨਿਰੰਜਨੀ ਜੋਤ ਹੀ ਇਹ ਸਾਰਾ ਵਰਤਾਰਾ ਕਰ ਰਹੀ ਹੈ। ਸਾਡੀਆਂ ਅੱਖਾਂ ਨੂੰ ਨਜ਼ਰ ਨਹੀਂ ਆਉਂਦੀ ਕਿਉਂਕਿ ਸਾਡੀਆਂ ਅੱਖਾਂ ਆਦੀ ਨੇ ਰੂਪ ਰੰਗ ਵੇਖਣ ਦੀਆਂ। ਉਹ ਪਰਮਾਤਮਾ ਰੂਪ ਰੰਗ ਰੇਖ ਤੋਂ ਨਿਆਰਾ ਹੈ। ਇਹਨਾਂ ਅੱਖਰਾਂ ਦੇ ਨਾਲ ਖਿਮਾ ਦੇ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਧੰਨਵਾਦ ਪ੍ਰਿੰਸੀਪਲ ਸਰ। ਆਪ ਜੀ ਬੜੀ ਖੂਬਸੂਰਤੀ ਨਾਲ ਸਰਵ ਵਿਆਪਕਤਾ ਦੀ ਗੱਲ ਆਪ ਜੀ ਕਰ ਰਹੇ ਸਨ। ਇਹਦੇ ਲਈ ਤਾਂ ਇਤਨਾ ਹੀ ਕਹਿ ਸਕਦੇ ਹਾਂ ਕਿ ਦ ਕ੍ਰੀਏਟਰ ਹੈਜ਼ ਕ੍ਰੀਏਟਡ ਦਿਸ ਯੂਨੀਵਰਸ ਆਊਟ ਆਫ ਹਿਮਸੈਲਫ ਫਾਰ ਹਿਮਸੈਲਫ। ਔਰ ਗੁਰੂ ਨਾਨਕ ਸਾਹਿਬ ਦੀ ਸਾਰੀ ਵਿਚਾਰਧਾਰਾ ਜਿਹੜੀ ਹੈ ਉਹ ਇਸ ਧਾਰਨਾ ਤੋਂ ਹੀ ਉਪਜਦੀ ਹੈ ਕਿ ਕੋਈ ਅਦ੍ਰਿਸ਼ਟ ਸ਼ਕਤੀ ਜਿਹੜੀ ਅਦ੍ਰਿਸ਼ਟਮਾਨ ਜਗਤ ਹੈ ਇਸ ਨੂੰ ਕੋਈ ਚਲਾ ਰਹੀ ਹੈ। ਇਹ ਸੂਰਜ, ਇਹ ਚੰਨ, ਇਹ ਹਵਾ, ਇਹ ਦਿਨ, ਇਹ ਰਾਤ, ਇਹ ਰੁੱਤਾਂ ਸਭ ਇੱਕ ਨਿਯਮ ਨਾਲ, ਇੱਕ ਡਿਸਿਪਲਨ ਨਾਲ ਚੱਲ ਰਹੇ ਨੇ। ਕਿੱਥੇ ਕੋਈ ਐਕਸੀਡੈਂਟ ਨਹੀਂ, ਕਿੱਥੇ ਕੁਛ ਜਿਹੜਾ ਉਹ ਟਾਈਮਿੰਗ ਦਾ ਫਰਕ ਨਹੀਂ, ਇੱਕਦਮ ਐਗਜ਼ੈਕਟ ਕਿਸੇ ਹੁਕਮ ਦੇ ਨਾਲ ਪੂਰੇ ਡਿਸਿਪਲਨ ਦੇ ਵਿੱਚ ਇਹ ਸਭ ਕੁਝ ਹੋ ਰਿਹਾ, ਪੂਰੇ ਅਨੁਸ਼ਾਸਨ ਦੇ ਵਿੱਚ ਇਹ ਹੋ ਰਿਹਾ। ਕੋਈ ਅਦ੍ਰਿਸ਼ ਸ਼ਕਤੀ ਜਿਹੜੀ ਹੈ ਇਸ ਅਗਮ ਅਗੋਚਰ ਹੈ ਜਿਹੜੀ ਉਹ ਇਸ ਪਰਮਾਤਮਾ ਰੂਪੀ ਇਸ ਦ੍ਰਿਸ਼ਟ ਜਿਹੜੀ ਜਗਤ ਹੈ ਇਸ ਨੂੰ ਚਲਾ ਰਹੀ ਹੈ। ਬੜੀ ਖੂਬਸੂਰਤ ਲਾਈਨ ਹੈ ਨਾ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਤਾਂ ਗੁਰੂ ਨਾਨਕ ਸਾਹਿਬ ਨੇ ਜਾਂ ਗੁਰਮਤ ਵਿੱਚ ਇਸ ਜਗਤ ਨੂੰ ਪਰਮਾਤਮਾ ਦਾ ਜਿਹੜਾ ਸਰਗਨ ਸਰੂਪ ਦੱਸਿਆ ਗਿਆ, ਜਿਵੇਂ ਅਸੀਂ ਸਾਰੇ ਬੈਠੇ ਹਾਂ ਜਾਂ ਪੂਰੀ ਦੁਨੀਆ ਹੈ ਕੁਦਰਤ,
ਔਰ ਕੋਈ ਅਦ੍ਰਿਸ਼ ਸ਼ਕਤੀ ਇਸ ਨੂੰ ਚਲਾ ਰਹੀ ਹੈ। ਇਸ ਲਈ ਬਹੁਤ ਜ਼ਰੂਰੀ ਗੱਲ ਹੈ, ਜਿਹੜਾ ਇਹ ਲੈਕਚਰ ਰੱਖਣ ਦਾ ਸਾਡਾ ਪਰਪਸ ਵੀ ਇਹੀ ਹੈ ਕਿ ਸਾਨੂੰ ਸਭ ਨੂੰ ਇਸ ਖੂਬਸੂਰਤ ਦੁਨੀਆ ਨੂੰ, ਇਸ ਸੋਹਣੀ ਦੁਨੀਆ ਨੂੰ, ਇਸ ਪਿਆਰੀ ਦੁਨੀਆ ਨੂੰ ਹੋਰ ਖੂਬਸੂਰਤ ਬਣਾਉਣ ਲਈ ਉਪਰਾਲੇ ਕਰਨੇ ਚਾਹੀਦੇ ਨੇ, ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਜਿਹੜੀ ਇਹ ਜ਼ਿੰਦਗੀ ਹੈ, ਇਹ ਲੋਕਾਂ ਦੇ ਮਨਾਂ ਦੀਆਂ ਡੂੰਘਾਈਆਂ ਵਿੱਚ ਜਾ ਕੇ ਉਹਨਾਂ ਦੀ ਗੰਦਗੀ ਵੇਖਣ ਦਾ ਨਾਮ ਨਹੀਂ, ਬਲਕਿ ਪਰਮਾਤਮਾ ਵੱਲੋਂ ਸਾਜੇ ਇਸ ਜਗਤ ਨੂੰ ਹੋਰ ਸੋਹਣਾ ਬਣਾਉਣਾ ਜਿਹੜਾ ਹੈ ਸਾਡਾ ਇਖਲਾਕੀ ਫਰਜ਼ ਹੈ। ਸਰਗੁਣ ਸਰੂਪ ਦੀ ਗੱਲ ਵਾਰ-ਵਾਰ ਆਉਂਦੀ ਹੈ, ਤਾਂ ਇਸ ਨੂੰ ਬੜਾ ਸਮਝਣ ਦੀ ਗੱਲ ਹੈ। ਜਿਸ ਦਿਨ ਅਸੀਂ ਇਹ ਸਮਝ ਲਿਆ ਕਿ ਪਰਮਾਤਮਾ ਦਾ ਸਰਗੁਣ ਸਰੂਪ ਜਿਹੜਾ ਹੈ, ਇਹ ਸਭ ਅਸੀਂ ਜੋ ਬੈਠੇ ਹਾਂ ਜਾਂ ਜੋ ਸਭ ਸਾਨੂੰ ਦ੍ਰਿਸ਼ਟਮਾਨ ਹੈ, ਮੈਨੂੰ ਲੱਗਦਾ ਹੈ ਕਿ ਫਿਰ ਬੜੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਸੋਲਵ ਹੋ ਜਾਣਗੀਆਂ। ਬੜੀ ਖੂਬਸੂਰਤ ਲਾਈਨਾਂ ਨੇ 2-4 ਗੁਰਬਾਣੀ ਦੀਆਂ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਇਹ ਹੁਣ ਕਾਇਓ ਮਤਲਬ ਇਹ ਬਾਡੀ ਹੈ, ਇਹੀ ਬਾਡੀ ਹੀ ਤੁਹਾਡਾ ਰੱਬ ਹੈ। ਇਹ ਬਾਡੀ ਦੇ ਵਿੱਚ ਹੀ ਇਹ ਸਾਰੀ ਪੂਜਾ ਕਰਨੀ ਹੈ। ਜੰਗਮ ਜਾਤੀ ਹੁੰਦੀ ਹੈ, ਇਹ ਜੈਨਿਜ਼ਮ ਦਾ ਇੱਕ ਵਰਡ ਹੈ ਜੰਗਮ ਜਾਤੀ। ਜੈਨਿਜ਼ਮ ਦਾ ਵਰਡ ਹੈ ਯਾਤਰੀਆਂ ਦਾ ਉਹ ਟੋਲਾ ਜੋ ਆਪਣੀ ਕਾਇਆ ਅੰਦਰ ਪਰਮਾਤਮਾ ਦੀ ਖੋਜ ਕਰਦਾ ਹੈ। ਬੋ ਅਖੰਡ ਖੋਜ ਤੇ ਫਿਰ ਮਿਲਿਆ ਕੀ? ਨੋ ਨਿਧ ਭਾਈ। ਸਾਰੀਆਂ ਨਿਧੀਆਂ ਫਿਰ ਇੱਥੇ ਹੀ ਮਿਲ ਜਾਣੀਆਂ ਤੁਹਾਨੂੰ। ਜਾਤ ਮੈਂ ਜੋਤ, ਜੋਤ ਮੈਂ ਜਾਤਾ। ਨਾਲ ਬੜੀ ਖੂਬਸੂਰਤ ਲਾਈਨ ਲਿਖੀ ਹੈ ਫਿਰ, ਅਕਲ ਕਲਾ ਭਰਪੂਰ ਰਹੀ। ਅਕਲ ਤਾਂ ਹੋਈ, ਫਿਰ ਨਾਲ ਕਲਾ ਵੀ ਕਹਿਤਾ, ਆਰਟ। ਇਹ ਜਿਹੜਾ ਅੰਦਰੋਂ ਜੋਤ ਦੀ ਜਿਹੜੀ ਗੱਲ ਹੈ ਬਾਹਰ ਤੱਕ ਆਏਗੀ, ਫਿਰ ਉਹ ਕਲਾ ਚਾਹੀਦੀ ਹੈ। ਉਸ ਨੂੰ ਪ੍ਰਗਟ ਕਰਨ ਲਈ ਉਹ ਆਰਟ ਦੀ ਗੱਲ ਜਿਹੜੀ ਹੈ ਪਰਮਾਤਮਾ ਨੇ ਕੀਤੀ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖ ਸਾਧਨਾ ਪਾਇਆ। ਅੰਦਰ ਸਭ ਬੈਠਾ ਹੋਇਆ ਹੈ, ਰੱਬ ਸਾਡੇ ਅੰਦਰ ਹੈ, ਪਰ ਅਸੀਂ ਨਹੀਂ ਉਸ ਨੂੰ ਪਹਿਚਾਣ ਪਾ ਰਹੇ। ਇਸ ਨੂੰ ਸਮਝਣ ਦੀ ਜਿਹੜੀ ਸਾਨੂੰ ਕੋਸ਼ਿਸ਼ ਕਰਨੀ ਪਏਗੀ। ਭਗਤ ਰਾਮਾਨੰਦ ਜੀ 101 ਸਾਲ ਦੇ ਸੀ, ਉਹ ਵੀ ਇਹ ਮੂਰਤੀ ਪੂਜਾ ਵਿੱਚ ਸੀ। ਕਿਸੇ ਨੇ ਸਮਝਾਇਆ ਨਾ ਕਿ ਰੱਬ ਤਾਂ ਅੰਦਰ ਹੀ ਹੈ, ਤੇ ਫਿਰ ਕਿਹਾ ਭਗਤ ਜੀ ਨੂੰ ਵੀ ਅੱਜ ਤੁਸੀਂ ਗਏ ਨਹੀਂ ਪੂਜਾ ਕਰਨ। ਉਹ ਕਹਿੰਦਾ ਉਹਾਂ ਤਾਂ ਜਾਈਏ ਜੋ ਇਹਾਂ ਨਾ ਹੋਏ। भगत संग प्रभ गोष्ठ करते हैं, फिर जिस दिन कत जाइए रे घर लागो रंग। जितने समझ आ गई तो फिर भगत संग प्रभ गोष्ठ करते हैं, फिर रब तुहाडे नाल गोष्ठ करेगा, कम्युनिकेशन करेगा, डायलॉग करेगा। गल सिर्फ इन्नी है कि वो दृष्टि जिहड़ी है उसनूं समझण दी गल है। गल है कि रब जिहड़ा इंसान है ये आप अधूरियां करदा है, ते रब ने कहा सी ना कि तू करदा वो है जो तू चाहना है, पर होंदा वो है जो मैं चाहना। फिर नाल समझाता फिर मनुख नूं, तू वो कर जो मैं चाहना, फिर होएगा वो जो तू चाहेगा। ये गल्लां जिहड़ियां ने, एक बड़ी खूबसूरत शेर है, मैं गल करके ख़त्म करांगा। वो कहंदा है कि इधर मस्जिद उधर मंदिर, इधर मस्जिद उधर मंदिर, इधर गुरुद्वारा उधर गिरजा। इंसान का बच्चा कहीं भी गिर जा, पर गिर जरूर। ये है परमात्मा के अगे गिरन की गल, परमात्मा नूं समझण की गल, परमात्मा नूं फील करन की गल। ये जिहड़ी गल है ये बड़ी समझण वाली है। मीरां दा एक मैनूं बैठे इत्थे हुण गल करदे करदे गल आ गई। मीरां कृष्ण भगवान की मूर्ति अगे पूजा कर रही है, तो उसनूं कह रही है कि जदों तू मेरे सामने हुन्ना मैं आनंद विच हुन्नी आ, पर जदों तू मेरे सामने नहीं हुंदी मैं परम आनंद विच हुंदी आ। फिर मैं पत्ते पत्ते विच, जरे जरे विच तैनूं देखदी आ। यह दृष्टि जिस दिन असी ये समझना शुरू कर दिता कि हर परमात्मा हर बंदे दे विच रब वसदा है, फिर कोई जिहड़ियां चिंतावां असी इत्थे करदे हां। साडा अगला लैक्चर भी टॉलरेंस ते है, सहनशीलता ते है। ये उस विच असी गल्लां करांगे। आए हुण इतना ही इस सर्व व्यापकता दी